याही काज धरा हम जन्मं, समझ लेहो साधु सब मन मं। धर्म चलावन संत उबारन, दुष्ट सबन को मूल उपारन। नासरो मनसूर गुरु गोबिंद सिंह, एज दी मनजूर गुरु गोबिंद सिंह। हक हक आगाह गुरु गोबिंद सिंह, शाहे शाहनशाह गुरु गोबिंद सिंह। हक हक आदेश गुरु गोबिंद सिंह, बादशाह दरवेश गुरु गोबिंद सिंह। तेरे कवन कवन गुण कह कह गावां, तू साहिब गुणी निधाना। तुमरी महिमा बरन ना साको, तू ठाकुर ऊच भगवाना। वाहिगुरु जी का खालसा, वाहिगुरु जी की फतेह। परम सन्मान सत्कारयोग गुरु की साजी नवाजी गुरु रूप गुरु खालसा साध संगत जी वਡਭਾਗੇ ਹਾਂ, ਜਿੱਥੇ ਹਰ ਹਫਤੇ ਦੀ ਤਰ੍ਹਾਂ ਗੁਰੂ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਉੱਥੇ ਵਿਸ਼ੇਸ਼ ਕਰਕੇ ਇਸ ਵੀਕਐਂਡ ਤੇ ਪਰਸੋਂ ਦੇ ਆਰੰਭਤ ਹੋਏ ਗੁਰਮਤਿ ਸਮਾਗਮਾਂ ਵਿੱਚ ਕਲਗੀਧਰ ਪਿਤਾ ਚੋਜੀ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਵਿੱਤਰ ਪ੍ਰਕਾਸ਼ ਆਗਮਨ ਪੁਰਬ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਰੂਪ ਵਿੱਚ ਅੰਮ੍ਰਿਤ ਰੂਪ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ। ਭੋਗ ਪੈਣ ਤੋਂ ਉਪਰੰਤ ਗੁਰੂ ਕੇ ਪਾਵਨ ਦਰਬਾਰ ਵਿਖੇ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਸ਼ਬਦ ਕੀਰਤਨ ਉਪਰੰਤ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਜੋ ਬੱਚੇ ਹਰ ਐਤਵਾਰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਨ, ਉਹਦੀ ਹਾਜ਼ਰੀ ਲਵਾਈ ਹੈ। ਉਸ ਤੋਂ ਉਪਰੰਤ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਇਸ ਮਹਾਨ ਪਰਉਪਕਾਰ ਪ੍ਰਤੀ ਸੋ ਇਤਿਹਾਸ ਦੇ ਹਵਾਲੇ ਬਾਣੀ ਦੇ ਹਵਾਲਿਆਂ ਰਾਹੀਂ ਗੁਰਮਤਿ ਵਿਚਾਰਾਂ ਸਰਵਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਰਹੇ ਸੀ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਜੀ ਦੀ ਪਾਵਨ ਧਰਤੀ ਤੇ 1723 ਬਿਕਰਮੀ ਸੰਮਤ 23 ਪੋਹ ਸੁਦੀ 7ਵੀਂ ਵਾਲੇ ਦਿਨ ਮਾਤਾ ਗੁਜਰ ਕੌਰ ਜੀ ਦੀ ਕੁੱਖੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਵਿਖੇ ਪ੍ਰਕਾਸ਼ ਧਾਰਨ ਕੀਤਾ। ਉਹਨਾਂ ਦੇ ਪਾਵਨ ਪਵਿੱਤਰ ਪਰਉਪਕਾਰ ਨੂੰ ਜੇ ਚੇਤੇ ਕਰਨ ਦਾ ਯਤਨ ਕਰੀਏ, ਜਿਵੇਂ ਦੁਸ਼ਟ ਦਮਨ ਦੇ ਰੂਪ ਵਿੱਚ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਰਉਪਕਾਰ ਕੀਤੇ, ਕਿਵੇਂ ਹੇਮਕੁੰਟ ਸਾਹਿਬ ਜੀ ਦੀ ਪਾਵਨ ਧਰਤੀ ਤੇ ਆਪ ਮਹਾਨ ਤਪੱਸਿਆ ਕੀਤੀ ਤੇ ਇਹ ਬਿਧ ਕਰਤ ਤਪੱਸਿਆ ਭਇਓ ਦੁਆ ਤੇ ਏਕ ਰੂਪ ਹੋਇਆ ਗਇਓ ਵਾਲੀ ਉਸ ਬਰਕਤ ਤੱਕ ਪਹੁੰਚੇ। ਉਧਰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਬੇਅੰਤ ਘੋਰ ਤਪੱਸਿਆ ਤਪ ਕੀਤਾ। ਮਾਤਾ ਗੁਜਰ ਕੌਰ ਜੀ ਨੇ ਨਾਲ ਸੋ ਸਿਦਕ ਸਬਰ ਵਿੱਚ ਰਹਿ ਕਰਕੇ ਪਤੀ ਆਗਿਆ ਦਾ ਪਾਲਣ ਪਾਲਦਿਆਂ ਹੋਇਆਂ ਨਾਲ ਹੀ ਤਪੱਸਿਆ ਕੀਤੀ। ਇਧਰ ਪਟਨਾ ਸਾਹਿਬ ਦੀ ਧਰਤੀ ਦਾ ਜ਼ਿਕਰ ਕਰੀਏ ਤੇ ਉਹ ਵੀ ਮਹਾਨ ਤਪੱਸਵੀ ਧਰਤੀ ਹੈ, ਜਿੱਥੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਪਏ ਨੇ। ਭਾਈ ਮਰਦਾਨਾ ਜੀ ਦੇ ਹੱਥ ਲਾਲ ਦੇ ਕਰਕੇ ਉਹਦੀ ਕੀਮਤ ਪੁੱਛਣ ਵਾਸਤੇ ਭੇਜਿਆ ਸੀ। ਸਾਲਸਰਾਏ ਜੌਹਰੀ ਨੇ ਉਸ ਲਾਲ ਵੱਲ ਵੇਖ ਕਰਕੇ ਨਮਸਕਾਰ ਕਰਕੇ 100 ਰੁਪਈਆ ਉਸ ਵੇਲੇ ਦਾ ਦੇ ਕੇ ਤੋਰਿਆ ਸੀ ਕਿ ਇਸ ਲਾਲ ਦੇ ਦਰਸ਼ਨੀ ਭੇਟਾ ਹੀ ਇੰਨੀ ਹੈ, ਜੇ ਇਹਦੀ ਕੀਮਤ ਦੀ ਗੱਲ ਪੁੱਛੇ ਤੇ ਮੇਰਾ ਸਾਰੀਆਂ ਜਾਇਦਾਦਾਂ ਵੀ ਮੈਂ ਲਾ ਦੇਵਾਂ ਤੇ ਇਸ ਲਾਲ ਦੀ ਕੀਮਤ ਮੈਂ ਨਹੀਂ ਦੇ ਸਕਦਾ, ਇਹ ਬਹੁਤ ਬੇਕੀਮਤਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਨਮੁਖ ਸਾਲਸਰਾਏ ਵੀ ਪਹੁੰਚਿਆ, ਉਹਦਾ ਨੌਕਰ ਅਧਰਿਕਾ ਵੀ ਪਹੁੰਚਿਆ। ਸਤਿਗੁਰਾਂ ਦੇ ਸਨਮੁਖ ਹਾਜ਼ਰ ਇਸ ਸਾਲਸਰਾਏ ਜੌਹਰੀ ਨੂੰ ਵੇਖ ਕਰਕੇ ਇਲਾਕੇ ਦੇ ਸੰਗਤ ਲੋਕ ਜਾਣਦੇ ਸਨ, ਉਪਮਾ ਕਰਨ ਲੱਗੇ, ਵਡਿਆਈਆਂ ਕਰਨ ਲੱਗੇ, ਬੜਾ ਸਿਆਣਾ ਹੈ, ਬੜਾ ਸਮਝਦਾਰ ਹੈ, ਬੜੀ ਬਰੀਕ ਬੁੱਧੀ ਦਾ ਮਾਲਕ ਹੈ, ਮਹਾਰਾਜ ਇਹਨੂੰ ਮਾਨ ਸਨਮਾਨ ਦਿਓ, ਲੰਬੀ ਵਿਥਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਵੀ ਜੇ ਸਾਡੇ ਵੱਲੋਂ ਇਹਨੂੰ ਮਾਨ ਸਨਮਾਨ ਦੇਣਾ ਹੈ, ਜਿਹੜੇ ਹਿਸਾਬ ਕਿਤਾਬ ਨਾਲ ਤੁਸੀਂ ਇਹਦੀਆਂ ਸਿਆਣਪਾਂ ਦੀਆਂ ਖੁਸ਼ੀਆਂ ਦੀਆਂ ਜਾਂ ਇਹਦੀਆਂ ਚਤੁਰਾਈਆਂ ਦੀਆਂ ਸਿਫਤਾਂ ਕਰਦੇ ਹੋ, ਸਾਡੇ ਹਿਸਾਬ ਨਾਲ ਇਹਦੇ ਸਿਰ ਵਿੱਚ 100 ਬੁੱਕ ਸਵਾਦ ਆ।
हैरान हो गए, सारे ही अचरज हो गए भी ये की कहानी हुई। सतगुरु सच्चे पातशाह जी कहते ये इस करके कि इनू मेरे परमात्मा ने इन्नी बरीक बुद्धि दिती, इन्ना तेज दिमाग दिता, ये पत्थरां दे टुकड़ियां नू पछाणन जोगा बनया, पर ये अंदर जो परमेश्वर वाहिगुरु ने गुर का शब्द रतन है हीरे जित जड़ाओ, सारी जिंदगी उस परमात्मा के नाम की पछाण ही नहीं की, केवल बाहरले पत्थरां की पछाण करता रहा है। महाराज के चरनी घगिया के पै गया, महाराज बख्श लो। महाराज ने उत्थे दे होर अंदर दे मान नूं तोड़न वास्ते कहा सी, आओ तेरा नौकर अदरिका जिथे नेत्र बंद करके समाधि ला के बैठा उहदी चरनी पै जा तां बख्शिया जाएगा। सच्ची जाणियो साध संगत जी, अपने नौकर दे चरनां ते मत्था टेक लिया, जिन्नी देर तक महाराज ने फड़ के नहीं उठाया उठिया नहीं। सतगुरु सच्चे पातशाह जी ने ये अंदर दे उस मान आदक दी, मैं आदक दी, मेर पुणे आदक दी जदों वो बदबू वो मैल लथ गई, अपनी छाती ना ला के गलवकरी च लैके नवाजिया सी, इलाके का प्रचारक बनाया सी। मेरे इन्ने अखर पैण का मतलब कि जेड़ी धरती ते जेड़े घर विच जेड़ी हवेली विच गुरु गोबिंद सिंह साहब जी का प्रकाश होया है, उस घर दे मालक साल सराय जौहरी दे राही गुरु नानक देव साहब जी तो लै करके पीढ़ी दर पीढ़ी अज तक गुरमत कमाई जाती सी। उत्थे नाम बंदगी का जप तप हुंदा सी जिथे सतगुरु सच्चे पातशाह जी ने प्रकाश धारण किया। सो प्रकाश होए, चार सफेरे खुशियां ही खुशियां। महापुरुषों के अखर ने इस प्रकाश के प्रति भी उस वेले पटने दियां गलियां विच, पटने दियां हवावां दियां लहरां विच एक इहो जिहे कीर्तन की धुनी, एक इहो जिहे परमेश्वर के गुणां की धुनी का साज वजदा सारियां नूं सुनिया, जेड़ा अज तक कदे किसी ने ऐसा रसीला साज नहीं सी सुनिया। महापुरुषों के बोल ने कि वो देवतियां ने आ करके अपने हा हा हू हू गंधर्व रागियां दे समेत गुरु गोबिंद सिंह साहब जी के प्रकाश के समय उस वेले अकाल पुरख की उस्तुति करदियां ये कीर्तन जस गाया, मानो पटने दियां गलियां विचों अमृत वरसिया, अमृत वरसिया। अगे भी कई बारी बेनती की है, जिथे राजा अते राणी मैणी का घर है उत्थे भी अज गुरुद्वारा साहब है। जिथे महाराज साहब ने प्रकाश धारण किया वो श्री हरमंदर जी पटना साहब जिन्होंने आप दूसरा तखत सिख जगत का मानते हाँ, वो स्थान है। उतों जाना होवे हुण ते थोड़े जे रस्ते खुले बन गए ने, नहीं तो बड़ियां भीड़ियां गलियां होंदियां सन। ते अज भी जदों उन्हां गलियां थाणी जदों लंघ के जावांगे ते तुहानूं जे साडे वर्गी बुद्धि लैके जाना है तो उन्हां गलियां विच सो पान आदक खा के मूँह विचों पिचकारियां मार मार के गंदी कीती धरती दिसनी है, और असीं उत्थों वो चीज़ां लै करके नफरत लैके अपने मन के अंदर होर तौखला पाल के वापस आ जाना भी इत्थे ते बड़ा गंद है। पर सच्ची जाणियो, जेड़े रब दे प्यारे जिन्हां उस वेले वो दिब रूहां दियां ऐसी अगम्मी धुनां दा कीर्तन सुनिया, अज भी जदों उस पटने दियां गलियां विचों रब दे प्यारे लंघदे ने ते उत्थों कलगीधर पिता गुरु गोबिंद सिंह साहब दे चरनां दी चरनार सुणदी है। उत्थे वो बाला प्रीतम कौतक करदे नज़र आउंदे ने। बस नज़रिया है कि असीं किहड़े पक्ष नाल वेखना है उन्हां गलियां नूं। गुरु गोबिंद सिंह साहब सच्चे पातशाह ने उत्थे बाल लीला कीती है, बाल कौतक कीते ने। इथों तक इतिहास के पन्नियां नूं पढ़ के वेखण दा यतन करांगे कि बालक अवस्था है। जिस दिन तो अवतार होया उस दिन पटियाले दे लागे कुड़ाम नगर है, उत्थे रहन वाला एक फकीर है, भीखन शाह दा नाम आया। वो इस्लामी मत विच जम्मिया, इस्लाम दी शरह विच पलिया, इस्लाम दी शरह दा धारनी है, इस्लाम दी शरह उहदे कोलों सिੱਖਣ वास्ते चेले चटड़े आण के बहिंदे ने, जप तप करदा है, अपने हिसाब किताब नाल मक्के वाल नूं मुख करके सजदा करदिआं 5 वेले दा नमाजी है। पर अज जिदन 7 पोह वाहिगुरू पोह सुदी 7वीं वाला दिन चढ़िया है, उहदे इस सवेर वेले दी नमाज विच जिहड़ा सजदा मक्के वाले परख पासे नूं करना सी, उन्हें इस पासे लहिंदे वाले पासे नूं कर दिता है। हैरान हो गए उहदे चेले भी, फकीर दी उम्र ज़्यादा हो गई है, जिवें आम तुहाडा साडा ख्याल है ना भी 70-72 हो गया, अकल टिकाणे नहीं, की हो गया, इनू चेता भुल गया भी मक्का दूजे बन्ने। उस वेले सारियां ने हैरान होकर पुछया सी, साईं जी की होया है? ते साईं दियां अखां विच किते प्रेम दा वैराग दा जल सी ते कहण लगे, मेरे प्यारिओ, जेड़े खुदा नूं केवल लिखतां राहीं ये मन के तुरे सी कि मक्के विच खुदा दा घर है, अज मेरे नेत्रां ते मेरे इस अंदर दी सुरत विच ओ खुदा पटने दी धरती विच मनुखी जामे विच प्रगट हो आया है, वो प्रगट हो आया है।
ਇਸ ਪਟਿਆਲੇ ਦੇ ਇਲਾਕੇ ਤੋਂ ਤੁਰ ਕੇ ਪਟਨੇ ਸਾਹਿਬ ਪਹੁੰਚਿਆ ਆਪਣੇ ਕੁਝ ਨਾਲ ਸੇਵਕਾਂ ਨੂੰ ਲੈ ਕੇ। ਅਸੀਂ ਆਪਣੇ ਆਪ ਦੇ ਨਾਲ ਜੇ ਕਿਤੇ ਸਾਖੀ ਨੂੰ ਟਕਾ ਕੇ ਵੇਖੀਏ ਨਾ, ਪਿਛਲੇ ਹਫ਼ਤਿਆਂ ਵਿੱਚ ਸਾਰਾ ਜਿਹਾ ਜੋ ਮੌਸਮ ਇੱਥੇ ਬਦਲ ਕੇ ਲੰਘਿਆ, ਮੌਸਮ ਦਾ ਥੋੜਾ ਜਿਹਾ ਆਇਆ ਕਰੋਪ ਦਾ ਹਿਸਾਬ ਕਿਤਾਬ, ਅਸੀਂ ਘਰਾਂ ਤੋਂ ਨਹੀਂ ਨਿਕਲੇ। ਇੱਥੋਂ ਤੱਕ ਵੀ ਗੁਰਦੁਆਰੇ ਮੱਥਾ ਟੇਕ ਆਉਣ ਤੱਕ ਦੀ ਵੀ ਜੁਰਤ ਨਹੀਂ ਕੀਤੀ। ਤੇ ਸੱਚੀ ਜਾਣਿਓ, ਉਸ ਪੀਰ ਭੀਖਣ ਸ਼ਾਹ ਪਟਿਆਲੇ ਤੋਂ ਪੈਦਲ ਤੁਰ ਕੇ ਪਟਨੇ ਪਹੁੰਚਦਾ ਹੈ ਤੇ ਲਗਭਗ ਮਹਾਂਪੁਰਸ਼ਾਂ ਨੇ ਇਹ ਵੱਖਰ ਵਰਤੇ ਨੇ ਵੀ 40 ਦਿਨਾਂ ਦਾ ਸਫ਼ਰ ਕਰਕੇ ਪਟਿਆਲੇ ਪਹੁੰਚਦਾ ਹੈ। ਜਿੱਦਣ ਅਵਤਾਰ ਹੋਇਆ ਸੀ ਲਗਭਗ ਉਸੇ ਦਿਨ ਤੁਰ ਪਿਆ, ਜਿਸ ਦਿਨ ਜਾ ਕਰਕੇ ਇਹਨੇ ਪਟਨੇ ਸਾਹਿਬ ਗੁਰੂ ਕੇ ਪਾਵਨ ਪਵਿੱਤਰ ਉਸ ਹਵੇਲੀ ਦਾ ਦਰਵਾਜ਼ਾ ਖੜਕਾਇਆ। ਉਸ ਦਿਨ ਤੱਕ ਸਾਹਿਬਜ਼ਾਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਰਜੂ 40 ਦਿਨਾਂ ਤੱਕ ਹੋ ਗਈ। ਜਾ ਕਰਕੇ ਸਾਰਿਆਂ ਨੂੰ ਬੇਨਤੀ ਕੀਤੀ। ਪਟਨੇ ਦੀਆਂ ਸਾਰੇ ਪਾਸਿਆਂ ਤੋਂ ਜਿਵੇਂ ਖੁਸ਼ੀਆਂ ਦੀਆਂ ਲਹਿਰਾਂ ਚੱਲਦੀਆਂ ਉਹਨੂੰ ਮਹਿਸੂਸ ਹੋਇਆ। ਉਹਨੇ ਕਿਹਾ, ਮੈਂ ਇਸ ਬਾਲਕ ਦੇ ਦਰਸ਼ਨ ਕਰਨ ਵਾਸਤੇ ਆਇਆ ਹਾਂ। ਘਰ ਵਿੱਚ ਕੌਣ ਸਨ ਉਸ ਵੇਲੇ? ਕਿਉਂਕਿ ਜਿਹੜੀਆਂ ਸੰਗਤਾਂ ਜਾਣਦੀਆਂ ਪਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵੇਲੇ ਰਾਜਾ ਰਾਮ ਸਿੰਘ ਦੀ ਹਿਫਾਜ਼ਤ ਕਰਨ ਵਾਸਤੇ, ਰਾਖੀ ਸ਼ਰਨ ਉਹਦੀ, ਸੋ ਜੰਗ ਵਿੱਚ ਮਦਦ ਕਰਨ ਵਾਸਤੇ ਅਸਾਮ ਦੇ ਇਲਾਕੇ ਵਿੱਚ ਗਏ ਹੋਏ ਨੇ। ਘਰ ਵਿੱਚ ਹਨ ਮਾਤਾ ਗੁਜਰ ਕੌਰ ਜੀ, 40 ਦਿਨਾਂ ਦੇ ਸਾਹਿਬਜ਼ਾਦਾ ਜੀ, ਅਤੇ ਸ੍ਰੀ ਗੁਰੂ ਨਾਨਕ ਗੋਬਿੰਦ ਸਿੰਘ ਸਾਹਿਬ ਜੀ ਦੇ ਦਾਦੀ ਮਾਤਾ ਨਾਨਕੀ ਜੀ, ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਮਾ ਮਾਤਾ ਗੁਜਰ ਕੌਰ ਜੀ ਦੇ ਭਰਾਤਾ ਕਿਰਪਾਲ ਚੰਦ ਜੀ। ਮਾਨੋ ਇਹ ਉਸ ਵੇਲੇ ਘਰ ਦੇ ਮੋਹਤਬਰ ਨੇ। ਸਾਰਿਆਂ ਨੇ ਸਲਾਹ ਕੀਤੀ ਤੇ ਜਦੋਂ ਇਹ ਸਲਾਹ ਕੀਤੀ, ਮੁਸਲਮਾਨ ਪੀਰ ਆਇਆ, ਮਨ ਵਿੱਚ ਇੱਕ ਤੌਖਲਾ ਜਾਗਿਆ, ਪਤਾ ਨਹੀਂ ਹਕੂਮਤਾਂ ਨਾਲ ਮੱਥੇ ਲੱਗੇ ਹੋਏ ਨੇ, ਕਿਹੋ ਜੀ ਸੋਚ ਲੈ ਕੇ ਆਇਆ ਹੋਵੇਗਾ, ਕਿਹੋ ਜਿਹਾ ਤਹਈਆ ਲੈ ਕੇ ਆਇਆ ਹੋਵੇਗਾ, ਪਤਾ ਨਹੀਂ ਹਮਦਰਦ ਹੈ ਕਿ ਜਾਂ ਦੁਸ਼ਮਣ ਹੈ। ਜਦੋਂ ਦੁਸ਼ਮਣ ਦੀ ਗੱਲ ਆਈ, ਉਸੇ ਵੇਲੇ ਹੀ ਇਤਿਹਾਸ ਦੀਆਂ ਪੁਰਾਣਿਆਂ ਪੰਨਿਆਂ ਤੇ ਖਿਆਲ ਗਿਆ, ਇਹ ਤੇ ਬੇਗਾਨਾ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੇ ਘਰ ਵਿੱਚ ਸਾਹਿਬਜ਼ਾਦਾ ਦੇ ਪ੍ਰਗਟ ਹੋਣ ਵੇਲੇ ਉਹਨਾਂ ਦੇ ਘਰ ਦੇ ਹੀ ਭਰਾ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਕੇ ਤਾਏ ਨੇ, ਪ੍ਰਿਥੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਰਵਾਉਣ ਵਾਸਤੇ ਕਈ ਤਰ੍ਹਾਂ ਦੇ ਯਤਨ ਕੀਤੇ। ਕੀ ਹੋ ਸਕਦਾ ਹੈ ਪਤਾ ਨਹੀਂ, ਇਨਕਾਰ ਕਰ ਦਿੱਤਾ ਗਿਆ, ਨਹੀਂ ਮਿਲਣਾ। ਉਸ ਫਕੀਰ ਨੂੰ ਮਾਮਾ ਕਿਰਪਾਲ ਚੰਦ ਨੇ ਇੱਥੋਂ ਤੱਕ ਪੁੱਛਿਆ, ਫਕੀਰ ਜੀ ਕੋਈ ਮਾਇਆ, ਪੈਸੇ, ਹੀਰੇ, ਮੋਤੀ, ਜੋ ਕੁਝ ਮੰਗਦੇ ਹੋ ਤੁਹਾਨੂੰ ਦੇ ਦਿੱਤਾ ਜਾ ਸਕਦਾ ਹੈ, ਪਰ ਸਾਹਿਬਜ਼ਾਦਾ ਜੀ ਦੇ ਦਰਸ਼ਨ ਨਹੀਂ ਹੋ ਸਕਦੇ, ਕਿਉਂਕਿ ਜਦੋਂ ਤੱਕ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਆਣ ਕੇ ਨਹੀਂ ਮਿਲ ਲੈਂਦੇ, ਉਦੋਂ ਤੱਕ ਸਾਹਿਬਜ਼ਾਦਾ ਜੀ ਨੂੰ ਕਿਸੇ ਨੂੰ ਦਿਖਾਇਆ ਨਹੀਂ ਜਾਏਗਾ। ਸਾਈਂ ਜੀ ਕਹਿਣ ਲੱਗੇ, ਕੋਈ ਨਹੀਂ, ਮੇਰੀ ਜਿੱਦ ਨਹੀਂ ਤੁਹਾਡੇ ਅੱਗੇ, ਪਰ ਜਿਹੜੇ ਧਨ ਹੀਰੇ ਮੋਤੀਆਂ ਦੀ ਮੈਨੂੰ ਤੂੰ ਆਪਸ਼ਨ ਦਿੱਤੀ ਏ, ਉਹ ਤੇ ਮੇਰੇ ਵਾਸਤੇ ਮਿੱਟੀ ਏ, ਮੈਂ ਉਹਨਾਂ ਵਿੱਚੋਂ ਕੁਝ ਵੀ ਨਹੀਂ ਲਾਵਾਂਗਾ। ਹਾਂ, ਮੇਰੇ ਮਨ ਦੇ ਤਹਈਏ ਦੇ ਉੱਤੇ ਤੁਸੀਂ ਕਿਤੇ ਕਿਸੇ ਤਰ੍ਹਾਂ ਦਾ ਅਟੈਕ ਨਾ ਕਰਿਓ, ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਰਹੋ, ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਢੀਕੋ। ਮੈਂ ਇਸੇ ਦਰਵਾਜ਼ੇ ਦੀ ਸਰਦਲ ਤੇ ਬਹਿ ਕੇ ਉਦੋਂ ਤੱਕ ਭੁੱਖਣ ਭਾਣਾ ਆਵਾਜ਼ਾਂ ਮਾਰਾਂਗਾ, ਮੈਂ ਨਾ ਕੁਝ ਖਾਵਾਂਗਾ ਨਾ ਕੁਝ ਪੀਵਾਂਗਾ। ਇਸ ਹਾਲਾਤ ਵਿੱਚ ਉਹ ਪੀਰ ਦੇ ਕੁਝ ਦਿਨ ਹੀ ਲੰਘੇ ਨੇ। ਸਾਰੇ ਪਰਿਵਾਰ ਨੇ ਵਿਚਾਰ ਕਰਕੇ ਸਾਹਿਬਜ਼ਾਦਾ ਜੀ ਦੇ ਦਰਸ਼ਨ ਕਰਾਏ। ਮੈਂ ਬਹੁਤੀਆਂ ਸਾਖੀਆਂ ਦਾ ਵਿਸਥਾਰ ਨਹੀਂ, ਕੇਵਲ ਉਹਦੇ ਵਿੱਚੋਂ ਜੋ ਕੁਝ ਲੱਭਣਾ, ਜੋ ਕੁਝ ਸਾਨੂੰ ਅੱਜ ਵੀ ਅਪਣਾਉਣਾ ਚਾਹੀਦਾ ਹੈ, ਉਸ ਹਿਸਾਬ ਕਿਤਾਬ ਨਾਲ ਉਹਨਾਂ ਸਾਖੀਆਂ ਵਿੱਚੋਂ ਸਾਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਕਰਨ ਵਾਸਤੇ ਕੀ ਮਿਲਦਾ ਹੈ। ਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਏ। ਦੋ ਕੁਜੀਆਂ ਦੀ ਗੱਲ ਆਉਂਦੀ ਹੈ ਜੀ, ਅੱਗੇ ਕੀਤੀਆਂ। ਮਹਾਰਾਜ ਸਾਹਿਬ ਨੇ ਦੋਨਾਂ ਤੇ ਹੱਥ ਰੱਖ ਕਰਕੇ ਦੋਵਾਂ ਨੂੰ ਇਕੱਠੀਆਂ ਡੋਲ ਕਰਕੇ ਇੱਕ ਧਾਰਾ ਬਣਾ ਕੇ ਕੱਢ ਦਿੱਤੀ। ਉਸ ਪੀਰ ਦਾ ਗੁਪਤ ਸਵਾਲ ਸੀ, ਇੱਕ ਕੁਜੀ ਜਿਹੜੀ ਤੇ ਹੱਥ ਰੱਖੇਗਾ ਮੈਂ ਸਮਝ ਲਾਵਾਂਗਾ ਇਸਲਾਮੀ ਸ਼ਰ੍ਹਾ ਦੀ ਰਾਖੀ ਕਰਨ ਆਇਆ ਹੈ, ਦੂਸਰੀ ਕੁਜੀ ਤੇ ਹੱਥ ਰੱਖੇਗਾ ਮੈਂ ਸਮਝੂੰਗਾ ਹਿੰਦੂਇਜ਼ਮ ਦੀ ਰਾਖੀ ਕਰਨ ਵਾਸਤੇ ਆਇਆ ਹੈ। ਸਤਿਗੁਰਾਂ ਨੇ ਦੋਵੇਂ ਹੱਥ ਰੱਖ ਕਰਕੇ ਇਹ ਦੱਸ ਦਿੱਤਾ, ਅਸੀਂ ਦੋਵਾਂ ਦੇ ਸਾਂਝੇ ਆ, ਦੋਵਾਂ ਤੋਂ ਸਾਂਝਾ ਇੱਕ ਨਿਰਾਲਾ ਪੰਥ ਪ੍ਰਗਟ ਕਰਨਾ, ਜਿਹੜਾ ਖਾਲਸੇ ਪੰਥ ਵਾਲੇ ਪਾਸੇ ਨੂੰ ਇਸ਼ਾਰਾ ਹੈ। ਪੀਰ ਆਪਣੇ ਗੁਪਤ ਗੁੱਝੇ ਸਵਾਲਾਂ ਦਾ ਗੁਪਤ ਰੂਪ ਵਿੱਚ ਉਸ ਬਾਲਕ ਰੂਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲੋਂ ਜਵਾਬ ਲੈ ਕੇ ਫਿਰ ਮੰਜ਼ਲਾਂ ਮਾਰਦਾ ਵਾਪਸ ਆਇਆ ਹੈ। ਇੱਥੇ ਬਸ ਨਹੀਂ ਆ, ਇਸ ਪੀਰ ਨੇ ਅੱਗੇ ਆਣ ਕੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਨੇ ਨੇ, ਪਰ ਮੈਂ ਇੱਥੇ ਤੱਕ ਸ਼ਾਇਦ ਨਾ ਪਹੁੰਚ ਪਾਵਾਂ, ਕਿਉਂਕਿ ਉਹ ਦਰਸ਼ਨ ਉਦੋਂ ਹੋਣੇ ਨੇ ਜਦੋਂ ਲਗਭਗ 5 ਸਾਲ ਦੀ ਆਰਜੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਟਨੇ ਸਾਹਿਬ ਦੀ ਧਰਤੀ ਤੋਂ ਪੰਜਾਬ ਨੂੰ ਆਉਣਾ ਹੈ। ਉਦੋਂ ਰਸਤੇ ਵਿੱਚ ਆਉਂਦਿਆਂ ਇਸ ਪੀਰ ਦਾ ਫਿਰ ਮਿਲਾਪ ਹੋਣਾ ਹੈ, ਪਰ ਉੱਥੋਂ ਤੱਕ ਜਾਣ ਲਈ ਪਹਿਲਾਂ ਪਟਨੇ ਸਾਹਿਬ ਦੀ ਯਾਤਰਾ ਤੇ ਪੂਰੀ ਕਰਨੀ ਪਏਗੀ। ਪਟਨੇ ਸਾਹਿਬ ਦੇ ਵਿੱਚ ਕੀ ਕੀ ਕੌਤਕ ਕੀਤੇ, ਕਿਵੇਂ ਉਹਨਾਂ ਬੀਬੀਆਂ ਸਵਾਣੀਆਂ
जे अज भी जाओ तुहानू बहुतात इन्हां सिख स्टेजां तो ही मिलेगा नहीं जी। ये मन घड़त कहानियां ने, मन घड़त कहानियां बनाइया, साखियां बनाइया हुई ने। पर गुरु की प्यारी साध संगत जी, जिन्हां ने तखत साहिब के दर्शन किए ने, जिन्हां ने नहीं किए, अगे सबब बने। जरूर जाकर इस गल का चेता करियो, जदों तखत साहिब जी के मेन प्रकाश स्थान से तुसीं मत्था टेकोगे, सतगुरु गुरु ग्रंथ साहिब जी नूं अपने सज्जे हथ रख के परिक्रमा करने का यतन करोगे, जदों उस पासे वाल नूं तुरना है ते तुरन वेले ही तुहाडे तुरदियां होइयां तुहाडे खब्बे हथ वाली उस तखत साहिब की कंध विच एक खूही बनी है। अज भी उस खूही दे विचों जल का चूड़ा हरेक गुरसिख नूं दिता जाता है। तो जदों शाम वेले दीवान की समाप्ति तो बाद दर्शन करवाए जाते हैं, शस्त्रां दे कुछ इतिहासक गुरुद्वारियां दे हवाले दे के इतिहास के पक्ष तो कुछ दर्शन करवाए जाते हैं, तो दस्सिया जाता है भी ये वो खूही है जिहड़ी खूह तो इस शहर दियां नगर दियां बीबियां धीआं पानी भर के लैके जांदियां सन। कलगियां वाले ने उहदे घड़े गुलेले मार के भन्ने, माता गुजर कौर जी ने तांबे दियां गागरां दित्तियां, महाराज साहब ने तीर कमानां नाल तीर मार के वो भी भिन दिते। जदों तीर मारिया एक सवाणी दे कपड़े भिज गए, आण के शिकायत की। सतगुरु साहब जी नूं माता जी ने पूछया, लाल जी क्यों करदे हो? ते सतगुरां दी रसना तो मुबारक बचन निकले सी, माता जी जमाना ही इहो जिहा आ गया, जिहदा भला करिए बुरा मनदा है, जिहदा भला करिए वो बुरा मनदा है। अज भी साडी मनुखता दी ये फितरत है। आम तौर पर किसी ने कहते तुरे जांदियां किसी नूं अणजाणे विच धक्का मारिया, ते धक्का जिन्हों वज्जा वो रब दे प्यार वाला, पिछे मुड़ के धक्के मारन वाले नूं कहंदा भलिया आपां कदे पहलों भी मिले आ। ते धक्का मारन वाला कहंदा मैनूं लगदा नहीं पहलों मिले, तूं क्यों पुछया? कहण लगे दुनिया दे धक्के मारदा ही वो है जदों किते पहलों मिले आ, किते सांझ भ्याली पाली है, धक्के मारदे ने बाद विच। जिन्हां ते परोपकार कीते हुण वो धक्के मारदे ने, संसार दी फितरत है। सतगुरु सच्चे पातशाह जी दे वचन कीते, कहण लगे माता जी जिन्हां दा भला करिए गुस्सा मनदे ने, बुरा मनदे ने। लाल जी इहदे विच की भला है? ते उस वेले शामां दा टाइम सी, मूँह हनेरे दा हनेरा सी। महाराज साहब मुस्कुरा के कहण लगे माता जी जेड़े घड़े विच जेड़ी गागर विच तीर वज्या, उस तीर नूं जाके उस गागर नूं वेखिया जाए। ते जदों उस गागर नूं वेखिया साध संगत जी, ते उस गागर दे विचों दी लंघण वाला तीर जिथे गागर नूं पाड़ के गया, उहदे अंदर एक जहरीला सप सी, उहदी सिरी फुन के ये तीर लंघिया ते सप नूं मार दिता, पानी डुल गया। महाराज ने फिर मुस्कुरा के क्या कहण लगे माता जी जे तीर विच इस तीर नाल ये सप ना मरदा, इस भैण धी दे घर विच घड़िया भरिया पानी दा जाना सी, हनेरे दे ता विच किसे नहीं सी वेखना, वो सारियां दे परिवार दे सारे जीवां ने वो पानी पी लेना, इहदे सारे दा सारा टब्बर अज रात मर जाना सी। मैं ते इन्हां दा भला कीता है। माता गुजर कौर जी ने उस वेले वचन कीता, मैं ये रोज दियां झगड़ियां विच नहीं पै सकदी, हे मेरे अकाल पुरख वाहिगुरू इस खूही का पानी भी बाकियां खूहियां वांग खारा हो जाए। अमोघ तीर सी माता जी की रसना तो निकलिया होया वचन, वचन करन दी देर सी। वो जिहड़ा मिठे पानी दीयां गागरां भरन वास्ते सवाणियां आउंदियां सन, जदों अगले दिन पानी भरन वास्ते आईयां ते वो पानी खारा जिवें बाकी खूहां दा है। हाहाकार मच गई पटने विच, सारे लोग इकट्ठे हो के, सारे परिवार इकट्ठे हो के आउण लगे, माता जी अपना वचन वापस लै लो, असीं सारे प्रकार दियां जो कुछ भी लाल जी वधीकियां करनगे असीं कोई शिकायत नहीं ला के आवांगे। माता जी दे उस वेले बचन निकले, कहंदे तीर कमानों निकल गए। तुसीं भावना नाल कलगीधर पिता नहीं गुरु नानक देव जी दे चरनां च अरदास करो, तुहाडी इस अरदास दी प्रीत प्रवान हो जाए। मैं एक बचन करदी, जदों मदर देश भाव के पंजाब दे देश गुरु नानक देव साहब जी दे सिੱਖੀ नूं फॉलो करन वाले वो संगतां दे रूप विच सिख इत्थे आउणगे पहुंचणगे ते उन्हां दे चरण धूड़ नाल ये पानी फिर मिठा हो जाएगा। बहुत चिर उस खूह दा पानी खारा रहा। जदों फिर देश प्रदेश तो यात्रू बन के संगतां इस तखत साहिब दियां दर्शन दीदार करन वास्ते आए, ये पानी खूह दा फिर मिठा होया। अज जिहड़े खूह दा मैं जिक्र कीता कि उत्थे पानी दा जल दा चूड़ा हरेक सिख नूं दित्ता जांदा है। इत्थे ही एक शिवदत्त पंडित है, शिवदत्त पंडित ने राम जी जां कृष्ण भगवान दी, कईयां ने कृष्ण भगवान लिखिया है, पर जेड़े सानू ग्रंथ मिले ने उन्हां ते रामचंद्र भगवान दी मूर्ति दा ध्यान रख के वो इबादत करदा है। कई साल लंघे ने उस गंगा दे कंढे ते बह करके तप करदियां करदियां, पर किसी प्रकार की अज तक पूर्ति नहीं हुई।
ਕਿਸੇ ਪ੍ਰਕਾਰ ਦੀ ਪ੍ਰਾਪਤੀ ਨਹੀਂ ਹੋਈ। ਮਨ ਦੇ ਅੰਦਰੋਂ ਅਰਦਾਸਾਂ ਨਿਕਲਦੀਆਂ ਨੇ। ਹੌਲੀ ਹੌਲੀ ਬਾਲਾ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੇਡਾਂ, ਉਹਨਾਂ ਦੇ ਨਿਰਾਲੇ ਕੌਤਕਾਂ ਦੀਆਂ ਆਵਾਜ਼ਾਂ, ਉਹਨਾਂ ਦੀਆਂ ਧੁਨਾਂ ਪਿੰਡ ਵਿੱਚੋਂ ਸ਼ਹਿਰ ਵਿੱਚੋਂ ਚਲਦੀਆਂ ਚਲਦੀਆਂ ਇਸ ਪੰਡਤ ਸ਼ਿਵਦੱਤ ਦੇ ਕੰਨੀ ਪੈਂਦੀਆਂ ਨੇ। ਸਾਰਿਆਂ ਨੇ ਭਾਵਨਾ ਨਾਲ ਇਹ ਕਿਹਾ, ਬਾਲਾ ਪ੍ਰੀਤਮ ਜੀ ਕੋਈ ਆਮ ਮਨੁੱਖ ਨਹੀਂ, ਆਮ ਬੱਚਾ ਨਹੀਂ, ਇਹ ਅਵਤਾਰੀ ਪੁਰਸ਼ ਹੈ, ਇਹ ਰੱਬ ਦੀ ਰੂਹ ਹੈ। ਉਹਨੇ ਆਪਣੇ ਆਪ ਦੇ ਵਿੱਚ ਹੀ ਅਰਦਾਸ ਕੀਤੀ, ਮੈਂ ਇਹਨੂੰ ਕਿਵੇਂ ਪ੍ਰਵਾਨ ਕਰਾਂ। हे खुदा, हे मेरे भगवान रामचंद्र जी, जे वाकई बाला प्रीतम जी किसी अवतारी पुरख के रूप में प्रगट होए ने, मैं उदों भरोसा करांगा जो मेरे सामने मेरे भगवान रामचंद्र के रूप में मैनूं दर्शन देणगे। और गुरु गोबिंद सिंह साहब सच्चे पातशाह ने अपने हवानियां नाल, अपने साथियों नाल खेडदियां होया उस पंडित शिवदत्त के मोढियां ते हथ रख के केवल इन्ना ही बचन कहा सी, कहन लगे, पंडित जी समाधि विचों की लभदे हो, नेत्र खोलो, मैं आ गया। ते जदों सामने खलोते बाला प्रीतम जी के दर्शन किए ते ओदा कवाड़ खुल गए। जेड़े भगवान की इबादत करता सी उस भगवान के रूप में बाला प्रीतम जी ने दर्शन दिदारे दे करके उन्हें निहाल किया। अगे राजा मैनी इस पंडित के श्रद्धालु सन, ये कोलों घर के धी पुत्तां दे चिरागां वास्ते अरदासां करवाउंदे सन। जदों अगले दिन फिर वो राजे ते राणी उधर गए, उस पंडित शिवदत्त नूं बेनतियां कीतियां, उन्हें फिर अगे इन्हां नूं सिक्ख्या दित्ती, मेरे हथ नहीं, जे अपने घर दे खुशियां लैना चाहते हो तो कलगीधर पिता बाला प्रीतम जी के चरनी पाओ, जाइए उहदे घरे। फिर अगे पंडित शिवदत्त ने कहा, नहीं जाण की लोड़ नहीं, अपने घरे बह के राधो आ जाएगा। इसे तरह राणी मैणी ने सतगुरां की आराधना की, बाला प्रीतम जी कृपा करके दर्शन बख्शो। मन की भावना बनाई, मेरे घर विच भी तुहाडे वर्गा इहो जिहा नूरानी रूप लै करके प्रगट हो के मैनूं बच्चा, मैनूं पुत्र के रूप में ये दात प्राप्त होवे। ये प्रकार दीआं कीतियां जांदियां बेनतियां अरदासां प्रवान होईयां। हाणियां नाल खेडदे होए धन गुरु गोबिंद सिंह साहब सच्चे पातशाह जी महाराज इस राणी मैणी जिहड़ी अपने घर दे विच चौंकड़ा ला के समाधि विच नेत्र बंद करके बैठी सी, जा करके उहदी गोद विच बह के उहदे गल थाणी उत्तों दी गलवकड़ी दीआं अपणियां दोवें बाहां पा के कहण लगे, मां भुख लगी है, कुछ खाण नूं दे। जदों मां अखर सुनिया ना उस राणी मैणी ने, उहदी दुनिया भुल गई। गुरु गोबिंद सिंह साहब सच्चे पातशाह जी ने अपनी गोद में लैके लाड लड़ाए, लाल जी मेरे मन की भावना सी तुहाडे वर्गा पुत्र मेरे घर में पैदा होए, ते गुरु गोबिंद सिंह साहब ने वचन किया, मेरे वर्गा मैं ही हाँ। जे तेरी ये भावना है, मैनू ही अपना अज तो बाद पुत्र समझ, तू मेरी मां धर्म दी, रोज आवांगा तेरे घर, की है खाण वास्ते, नौकर चाकर बाजार में भेजे जाओ, मिठाइयां लड्डू महंगे पदार्थ लैके आओ। सतगुरु गुरु गोबिंद सिंह साहब कहने लगे, नहीं मां, बाजारां वाले नहीं, जो इस वेले तेरे घरे बनया होया वो खाना है। उस वेले जिक्र आउंदा भी घुंगणियां, छोले भुन के जिन्हों आपां वाले हुंदे, घुंगणियां दा प्रसाद बनया सी। आप भी कलगीधर पिता जी ने खाधा ते अपने हवानियां सारे जिहड़े उन्हां दे साथी सन उन्हां नूं भी खवाया। रोज जाण लगे। फिर इत्थे होर निके निके कई कौतक वरतदे ने, खैर रहो विचार। पर जिस वेले गुरु तेग बहादुर साहब दा सुनेहा मिलिया कि तुसी पंजाब नूं आ जाओ सारा परिवार, गुरु गोबिंद सिंह ते सारे परिवार नूं ते खुशियां ने चाह चढ़ गए। पर मानो पटने दीयां गलियां गलियां, पटने दे रुखां दीयां टाहणियां टाहणियां, हवावां दीयां एक एक लहरां रो उठियां। अज इस पटने दी रूह श्री बाला प्रीतम गुरु गोबिंद सिंह साहब जी पटना छड्ड के चले ने। इन्ना प्यार किया उस पटने वाले लोगों ने, उस राणी मैणी ने। नेत्रां चों वैराग दे हंझू केरदियां केरदियां बाला प्रीतम जी दे चरण धो दिते। मैं ते रोज तैनूं अपने पुत्र दे रूप विच अपने गोद विच बिठा करके लाड लदाउंदी सी, चले हैं हुण की होवेगा, हुण लाल जी ते मैं तेरे दर्शन किवें करांगी। तां सतगुरु सच्चे पातशाह जी ने, जे मैं भुलदा ना होवां, एक अपने चरणां दी खड़ा ते इसे तरीके नाल एक कटार, एक होर बख्शिश सतगुरु सच्चे पातशाह ने राणी मैणी नूं झोली पा के दित्ती ते कहण लगे, ये वस्तुआं अपने घर विच रखी ते जदों भी मेरे इन्हां हवानियां नूं अपने घर सद के उन्हां ही घुंगणियां दा प्रसाद इन्हां नूं खवावेंगी, इन्हां विचों मैं रोज दिखिया करांगा। और राणी जिन्नी देर तक रही उन्हें रोज उन्हां गुरु गोबिंद सिंह दे हवानियां विचों, उन्हां दे हानियां, उन्हां दे साथियां विचों गुरु गोबिंद सिंह साहब दे दर्शन कीते। इस तरह इत्थों सतगुरु सच्चे पातशाह जी पंजाब की धरती नूं आउण वास्ते तुरदे ने। जिन्हां ने दर्शन किए, शायद मेरे दिमाग चों नाम विसर गया, गुरुद्वारा हांडी साहिब इस पटने साहब की धरती तो थोड़ा जिहा बाहर जाके है। उत्थे तक सारी दी सारी पटने की संगत महाराज नूं ते महाराज दे परिवार नूं तोरन वास्ते आई है।
ਉੱਥੇ ਹੁਣ ਇੱਕ ਕੌਤਕ ਵਾਪਰਦਾ ਵੀ ਉਹ ਇੱਕ ਮਾਂ ਬਜ਼ੁਰਗ ਆਪਣੇ ਗਰੀਬੜੇ ਜੇ ਘਰ ਵਿੱਚ, ਟੁੱਟੇ ਜੇ ਦਰਵਾਜ਼ੇ ਵਾਲੇ ਘਰ ਦੇ ਅੰਦਰ ਬੈਠੀ ਏ ਤੇ ਮਨ ਹੀ ਮਨ ਦੇ ਵਿੱਚ ਅਰਾਧਨਾ ਕਰਦੀ ਏ, ਬਾਲਾ ਪ੍ਰੀਤਮ ਤੇਰੇ ਕੌਤਕ ਸੁਣੇ ਨੇ, ਤੇਰੀਆਂ ਲੀਲਾਂ ਸੁਣਦੀਆਂ ਪਟਨੇ ਵਿੱਚ ਤੂੰ ਕੌਤਕ ਰਚਾਉਣਾ, ਪਰ ਮੇਰੀ ਸਮਰੱਥਾ ਨਹੀਂ ਆ ਜਾਣ ਦੀ, ਮੇਰੀ ਸਮਰੱਥਾ ਨਹੀਂ ਤੇਰੇ ਕੋਲੇ ਪਹੁੰਚ ਕੇ ਤੇਰੇ ਨਾਲ ਦੇ ਸਾਰਿਆਂ ਹਵਾਣੀਆਂ ਦੀ ਸੇਵਾ ਕੋਈ ਕਰ ਸਕਾਂ, ਮੈਂ ਗਰੀਬੜੀ ਆ। ਰੋਜ਼ ਕਹਿੰਦੇ ਸਵੇਰੇ ਖਿਚੜੀ ਬਣਾ ਲੈਂਦੀ ਏ, ਸਾਰਾ ਦਿਨ ਬੈਠਿਆਂ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਉਡੀਕਦੀ ਏ, ਮੇਰੇ ਘਰ ਖਿਚੜੀ ਖਾ। ਹਾਂਡੀ ਅਸਲ ਵਿੱਚ ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ, ਸੋ ਕੱਚੇ ਕੁੱਜੇ ਵਿੱਚ, ਕੱਚੇ ਭਾਂਡੇ ਵਿੱਚ ਜਿਹੜੇ ਚੌਲ ਬਣਾਏ ਨੇ ਦਾਲ ਮਿਲਾ ਕਰਕੇ ਖਿਚੜੀ ਸਮੇਤ, ਉਹ ਸਾਰੇ ਨੂੰ ਹਾਂਡੀ ਕਿਹਾ। ਇਹਨੇ ਉਧਰ ਵੀ ਉਹ ਬਣਾਈ ਹੈ ਔਰ ਅਰਦਾਸਾਂ ਕਰ ਕਰਕੇ ਆਵਾਜ਼ਾਂ ਮਾਰਦੀ ਏ। ਹੁਣ ਪਤਾ ਹੈ ਵੀ ਇਹ ਪਟਨਾ ਸਾਹਿਬ ਛੱਡ ਕੇ ਚਲੇ ਜਾ। ਉਸ ਵੇਲੇ ਸਤਿਗੁਰੂ ਸਾਹਿਬ ਜੀ ਫਿਰ ਜਿਹੜੀ ਸਾਰੀ ਦੀ ਸਾਰੀ ਪਟਨੇ ਦੀ ਸੰਗਤ ਇਹਨਾਂ ਨੂੰ ਵਿਦਾਇਗੀ ਦੇਣ ਵਾਸਤੇ ਆਏ ਸੀ, ਉਹ ਸਾਰੀ ਸੰਗਤ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਬਿਰਧ ਮਾਤਾ ਦੇ ਘਰ ਵਿੱਚ ਪ੍ਰਵੇਸ਼ ਹੋ ਗਏ। ਮਾਤਾ ਨੇ ਫਿਰ ਸੰਕੋਚ ਕਰ ਲਿਆ, ਕਹਿੰਦੇ ਹਾਂ ਮੈਂ ਤੇ ਬਾਲਾ ਪ੍ਰੀਤਮ ਜੀ ਤੁਹਾਨੂੰ ਕੱਲਿਆਂ ਨੂੰ ਆਵਾਜ਼ ਮਾਰਦੀ ਸੀ, ਇਹਨਾਂ ਨਿੱਕਾ ਜਿਹਾ ਕੁੱਜਾ ਆ, ਨਿੱਕਾ ਜਿਹਾ ਭਾਂਡਾ ਠੂਠਾ ਆ, ਉਹਦੇ ਵਿੱਚ ਨਿੱਕੀ ਜੀ ਥੋੜੀ ਜਿਹੀ ਖਿਚੜੀ ਪਈ ਏ, ਮੈਂ ਤੇ ਚਾਹੁੰਦੀ ਸੀ ਤੂੰ ਆਣ ਕੇ ਖਾਵੇਂ, ਪਰ ਇਹ ਤੇਰੇ ਨਾਲ ਹਜ਼ਾਰਾਂ ਸੰਗਤਾਂ ਨਾਲ ਆਈਆਂ ਨੇ, ਸਾਰੇ ਕਿੱਦਾਂ ਰੱਜਣਗੇ। ਮਾਂ ਸੰਕੋਚਦੀ ਏ। ਬਾਲਾ ਪ੍ਰੀਤਮ ਸਤਿਗੁਰੂ ਫੇਰ ਕਿਹਾ, ਮਾਂ ਭੁੱਖ ਲੱਗੀ ਏ, ਕੁਝ ਬਣਿਆ ਹੈ ਤੇਰੇ ਘਰ ਵਿੱਚ? ਉਸ ਨਿੱਕੇ ਜਿਹੇ ਠੂਠੇ ਵਿੱਚੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੰਨੀਆਂ ਸੈਂਕੜੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਨਾਲ ਆਈਆਂ ਸਨ, ਸਾਰਿਆਂ ਨੂੰ ਉਹ ਖਿਚੜੀ ਦਾ ਪ੍ਰਸ਼ਾਦ ਛਕਾਇਆ। ਫਿਰ ਵੀ ਨਹੀਂ ਮੁੱਕਿਆ। ਉੱਥੇ ਗੁਰਦੁਆਰੇ ਸਾਹਿਬ ਬਣੇ ਹੋਏ ਨੇ ਅੱਜ ਵੀ ਇਹਨਾਂ ਥਾਵਾਂ ਤੇ, ਇਹਨਾਂ ਯਾਦਗਾਰੀ ਸਥਾਨਾਂ ਤੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੋਂ ਪਰਿਵਾਰ ਸਮੇਤ ਪੰਜਾਬ ਨੂੰ ਆਉਂਦੇ ਨੇ। ਕਾਂਸੀ, ਅਯੁੱਧਿਆ, ਲਖਨੌਰ, ਅੰਬਾਲਾ ਇਤਿਆਦਿਕ ਦੇ ਇਹਨਾਂ ਥਾਵਾਂ ਥਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਉਪਕਾਰ ਕਰਦੇ ਆ ਰਹੇ ਨੇ। ਰਸਤੇ ਵਿੱਚ ਵੀ ਐਸੇ ਕਈ ਕੌਤਕ ਕੀਤੇ ਨੇ। ਜਿਹੜਾ ਲਖਨੌਰ ਸਾਹਿਬ ਅੰਬਾਲੇ ਦੇ ਨਜ਼ਦੀਕ ਹੈ, ਉੱਥੇ ਗੇਂਦ ਸਾਹਿਬ ਆਦਿਕ ਹੈ, ਇਤਿਆਦਿਕ ਦੇ ਨਿੱਕੇ ਨਿੱਕੇ ਗੁਰਦੁਆਰੇ ਸਾਹਿਬ ਸਨ। ਸਾਨੂੰ ਵੀ ਨਹੀਂ ਸੀ ਨਸੀਬ ਹੋਏ ਉਹਨਾਂ ਦੇ ਦਰਸ਼ਨ ਕਰਨ ਵਾਸਤੇ, ਐਰਕੀ ਗਏ ਤੇ ਉਹ ਦਰਸ਼ਨ ਕਰਕੇ ਆਏ ਆ। ਜਿੱਥੇ ਮਾਤਾ ਜੀ ਦੇ ਪਲੰਗ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਰਾਮ ਕਰਨ ਵਾਲਾ ਪਲੰਗ ਅੱਜ ਵੀ ਉਹਨਾਂ ਗੁਰਦੁਆਰਿਆਂ 'ਚ ਸੁਸ਼ੋਭਿਤ ਹੈ। ਇੱਕ ਗੁਰਦੁਆਰਾ ਸਾਹਿਬ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਕੇ ਰਹੇ, ਉਥੋਂ ਆਪਣੇ ਹਾਣੀਆਂ ਨਾਲ ਖਿੱਦੋ ਖਿੰਡੀ ਖੇਡਦੇ ਨੇ, ਤੇ ਖਿੱਦੋ ਖਿੰਡੀ ਖੇਡਦਿਆਂ ਆਪਣੀ ਉਸ ਗੇਂਦ ਨੂੰ ਉਹ ਹਾਕੀ ਮਾਰੀਏ, ਡਾਂਗ ਮਾਰੀਏ, ਤੇ ਜਿੱਡੀ ਦੂਰ ਜਾ ਕੇ ਡਿੱਗੀਏ, ਜੇ ਮੈਂ ਭੁੱਲਦਾ ਨਾ ਹੋਵਾਂ ਤੇ ਲਗਭਗ 4 ਤੋਂ 6 ਕਿਲੋਮੀਟਰ ਹੋਊਗਾ ਉਹ ਵਕਬਾ ਜਿੱਥੇ ਜਾ ਕੇ ਉਹ ਗੇਂਦ ਡਿੱਗੀ ਏ। ਸਾਰੇ ਹਾਣੀਆਂ ਸਮੇਤ ਮੁੜ ਕੇ ਉਹ ਗੇਂਦ ਨੂੰ ਲੱਭਦੇ ਹੋਏ ਉੱਥੇ ਪਹੁੰਚੇ, ਪਰ ਇਹ ਕੇਵਲ ਗੇਂਦ ਖੁੱਦੋ ਖਿੰਡੀ ਖੇਡਣ ਦਾ ਕਾਰਨ ਨਹੀਂ ਸੀ। ਜਿੱਥੇ ਹੁਣ ਜਾ ਕੇ ਗੇਂਦ ਡਿੱਗੀ ਏ, ਉੱਥੇ ਗੇਂਦਸਰ ਸਾਹਿਬ ਗੁਰਦੁਆਰਾ ਹੈ, ਤੇ ਉੱਥੇ ਗੁਰਦੁਆਰੇ ਦਾ ਇਤਿਹਾਸ ਹੈ ਕਿ ਉੱਥੇ ਵਿਚਾਰੇ ਪਤਾ ਨਹੀਂ ਕਿੰਨਿਆਂ ਸਾਲਾਂ ਦੇ ਕੋੜੀ ਦੁਖੀ ਵਿਚਾਰੇ ਆਪਣੇ ਸਰੀਰ ਦੇ ਦੁੱਖਾਂ ਨਾਲ, ਰੋਗਾਂ ਨਾਲ ਪਿਲ ਕਰਦੇ ਸਰੀਰ ਦੇ ਦੁੱਖ ਤੋਂ ਦੁਖੀ ਸਨ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਜਾ ਕੇ, ਉੱਥੇ ਨੇੜੇ ਇੱਕ ਛੋਟਾ ਜਿਹਾ ਤਲਾਬ ਸੀ, ਉਹਦੇ ਵਿੱਚ ਆਪਣੇ ਚਰਨ ਪਾਏ, ਤੇ ਉਹਨਾਂ ਸਾਰੀਆਂ ਦੁਖੀਆਂ ਤੇ ਸਾਰਿਆਂ ਕੋੜਿਆਂ, ਸਾਰਿਆਂ ਰੋਗੀਆਂ ਨੂੰ ਉਹਦੇ ਵਿੱਚ ਇਸ਼ਨਾਨ ਕਰਾਇਆ ਤੇ ਉਹਨਾਂ ਨੂੰ ਤੰਦਰੁਸਤ ਕੀਤਾ। ਇਤਿਹਾਦਿਕ ਦੇ ਕੌਤਕ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ। ਇੱਥੋਂ ਲੰਬੇਰਾ ਇਤਿਹਾਸ ਹੈ, ਕਿਵੇਂ ਪਰਉਪਕਾਰ ਕੀਤਾ ਇਸ ਦੇਸ਼ ਦੀ ਪ੍ਰਜਾ ਉੱਤੇ, ਦੇਸ਼ ਦੀ ਪ੍ਰਜਾ ਦੀ ਰਾਖੀ ਕਿਵੇਂ ਕੀਤੀ। ਉਹਦੇ ਵਾਸਤੇ ਭਾਵੇਂ ਪਿਤਾ ਵਾਰਨਾ ਪਿਆ, ਉਹਦੇ ਵਾਸਤੇ ਭਾਵੇਂ ਮਾਤਾ ਕੁਰਬਾਨ ਕਰਨੀ ਪਈ, ਉਹਦੇ ਵਾਸਤੇ ਭਾਵੇਂ ਆਪਣੇ ਸਾਹਿਬਜ਼ਾਦੇ ਸ਼ਹੀਦ ਕਰਵਾਉਣੇ ਪਏ, ਉਹਦੇ ਵਾਸਤੇ ਆਨੰਦਪੁਰ ਦੇ ਸੁੱਖ ਛੱਡਣੇ ਪਏ, ਉਹਦੇ ਵਾਸਤੇ ਆਪਣੇ ਜਾਨ ਤੋਂ ਪਿਆਰੇ ਸਿੰਘ ਕੁਰਬਾਨ ਕਰਨੇ ਪਏ। ਖਾਲਸੇ ਪੰਥ ਦੀ ਸਾਜਨਾ ਤੋਂ ਬਾਅਦ ਇਹ ਸਾਰਾ ਕੁਝ ਬਿਖੜਾ ਪੈਂਡਾ ਕਲਗੀਧਰ ਪਿਤਾ ਜੀ ਨੇ ਲੰਘਿਆ। ਪਰ ਅਫਸੋਸ ਕਿ ਅੱਜ ਉਸ ਦੇਸ਼ ਵਾਲੇ ਲੋਕ ਅਹਿਸਾਨ ਫਰਾਮੋਸ਼ ਹੋ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਭਗਤੋਈਆਂ ਕਰਦੇ ਨੇ। ਲਿਖਤਾਂ ਤੱਕ ਲੈ ਕੇ ਆਏ ਨੇ ਵੀ ਇਹ ਨਹੀਂ ਹੋਇਆ ਕੁਝ ਵੀ। ਪਰ ਕਿਸੇ ਜੋਗੀ ਅੱਲਾ ਯਾਰ ਖਾਂ ਵਰਗਿਆਂ ਨੇ ਬੇਅੰਤ ਐਸੀ ਮਹਿਮਾ ਦੇ ਗ੍ਰੰਥ ਲਿਖੇ, ਜਿਹੜੇ ਕਵੀ ਸੰਤੋਖ ਸਿੰਘ ਸਾਹਿਬ ਜੀ ਦੇ ਵੱਲੋਂ ਰਚਨਾ ਧੰਨ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਨਾਨਕ ਪ੍ਰਕਾਸ਼ ਵਿੱਚ ਸੁਣ ਰਹੇ ਹਾਂ। ਉਸ ਤੋਂ ਬਾਅਦ ਸੂਰਜ ਪ੍ਰਕਾਸ਼ ਗ੍ਰੰਥ ਹੋਣਾ, ਜਿੱਥੇ ਸਾਰੇ 10 ਗੁਰੂ ਸਾਹਿਬਾਂ ਦਾ ਇਤਿਹਾਸ ਹੈ। ਉਹਨਾਂ ਵੱਲੋਂ ਗੁਰੂ ਕਲਗੀਧਰ ਪਿਤਾ ਜੀ ਦੇ ਪਵਿੱਤਰ ਚਰਨਾਂ ਦਾ ਇੱਕ ਮੰਗਲ ਕੀਤਾ ਗਿਆ। ਉਹਨਾਂ ਨੇ ਉਸ ਵੇਲੇ ਦੀ ਇਸ ਦੇਸ਼ ਦੀ ਹਾਲਤ ਬਿਆਨ ਕੀਤੀ। ਕਹਿੰਦੇ, ਸ਼ਾਇ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਤ ਕੁਚਿਲ ਤੱਕ ਤੇਬਨ ਕੁਰਾਨ ਕੀ पाप ही प्रपक जाते धर्म तसक जाते वर्ण ग्रक जाते सहत विधान की देवी देव देह रे संतोख सिंगा दूर होते रीत मित जाति कथा वेदन पुराण की पावन परम सूर श्री गुरु गोबिंद सिंह साहिब मूर्त ना होती जो पे करुणा निदान की।
ਜੇ ਉਸ ਕਿਰਪਾਲੂ ਦੇ ਕਿਰਪਾ ਦੇ ਖਜ਼ਾਨੇ, ਦਇਆ ਦੇ ਸਮੁੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਤੇ ਇਸ ਦੇਸ਼ ਵਿੱਚੋਂ ਇਹਨਾਂ ਦੇ ਧਾਰਮਿਕ ਗ੍ਰੰਥਾਂ ਦੀਆਂ ਸਾਰੇ ਰਸਮਾਂ ਰਿਵਾਜ ਮਿਟ ਜਾਣੇ ਸੀ, ਖਤਮ ਹੋ ਜਾਣੇ ਸੀ। ਸਾਰੇ ਬੰਨੇ ਹੈਦਰੀ ਦਾ ਹਰਾ ਝੰਡਾ ਹੀ ਝੂਲਣਾ ਸੀ, ਬਾਕੀ ਸਾਰੇ ਦੇ ਸਾਰੇ ਧਰਮ ਖਤਮ ਕਰ ਦੇਣੇ ਸੀ ਉਸ ਨਰੰਗੇ ਨੇ। ਇਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਗਟ ਹੋ ਕਰਕੇ ਆਪਣਾ ਸਾਰਾ ਪਰਿਵਾਰ ਕੁਰਬਾਨ ਕਰਕੇ ਇਸ ਦੇਸ਼ ਦੇ ਵਸਣ ਵਾਲੇ ਲੋਕਾਂ ਦਾ ਧਰਮ ਰਾਖੀ ਕੀਤੀ, ਧਰਮ ਦੀ ਰੱਖਿਆ ਕੀਤੀ, ਧਰਮ ਬਚਾਇਆ। ਐਸੇ ਪਰਉਪਕਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਪ੍ਰਤੀ ਜੇ ਕਿਸੇ ਕਵੀ ਜਨਾਂ ਦੀਆਂ ਲਿਖਤਾਂ ਦੇ ਰੂਪ ਵਿੱਚ ਜਾ ਕਰਕੇ ਵੇਖਦੇ ਆ ਤੇ ਉਸ ਵੇਲੇ ਜ਼ਿਕਰ ਆਉਂਦਾ ਹੈ, ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਮਾਤਾ ਗੁਜਰੀ ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ, ਚਾਰ ਲਾਲ ਸਨ ਬਖਸ਼ੇ ਪ੍ਰਮਾਤਮਾ ਨੇ, ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ, ਮਤਾ ਕੋਈ ਮੈਨੂੰ ਸ਼ਹਿਨशाह ਕਹੋ ਸਿੱਖੋ, ਕਿਸ਼ਤਾਂ ਵਿੱਚ ਤੇ ਕਰਜ਼ਾ ਉਤਾਰਿਆ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਖਿਆਲ ਨੇ। ਇੱਕ ਹੋਰ ਜ਼ਿਕਰ ਆਉਂਦਾ ਹੈ, ਕਿਸੇ ਨੇ 2 ਲਾਈਨਾਂ ਹੋਰ ਲਿਖੀਆਂ, ਕਹਿਣ ਲੱਗੇ, ਹੱਥੀ ਪੁੱਤਰਾਂ ਨੂੰ ਬਨੋਬਾਸ ਦੇ ਕੇ ਦਸ਼ਰਥ ਮਹਿਲਾਂ ਤੋਂ ਛਾਲ ਮਾਰ ਰੋਇਆ, ਇਬਰਾਹੀਮ ਨੇ ਪੱਟੀਆਂ ਬੰਨ ਲਈਆਂ, ਮਾਰਨ ਲੱਗਾ ਸੀ ਫਿਰ ਤਲਵਾਰ ਰੋਇਆ, ਪੁੱਤਰ ਅਬਮੰਨੂ ਦੀ ਸੁਣੀ ਜਦ ਮੌਤ ਅਰਜਨ ਤੇ ਰਣ ਵਿੱਚ ਚੀ ਸੁੱਟ ਹਥਿਆਰ ਰੋਇਆ, ਸੇਵਕ ਆਖਦਾ ਧਨ ਦਸ਼ਮੇਸ਼ ਪਿਤਾ, ਉਹ ਜਿਹੜਾ ਵਾਰ ਕੇ ਵੀ ਨਹੀਂ ਪਰਿਵਾਰ ਰੋਇਆ। ਜਿਹੜਾ ਸਾਰਾ ਪਰਿਵਾਰ ਇਸ ਗਰੀਬ ਜਨਤਾ ਵਾਸਤੇ ਕੁਰਬਾਨ ਕਰਕੇ ਵੀ ਅੱਖਾਂ 'ਚ ਹੰਝੂ ਨਹੀਂ ਲਿਆਂਦਾ, ਅੱਖਾਂ 'ਚੋਂ ਕਿਤੇ ਪਾਣੀ ਨਹੀਂ ਚੋਇਆ। ਕਿਉਂ ਨਹੀਂ ਚੋਇਆ? ਕਿ ਉਹਨੂੰ ਮਾਣ ਸੀ ਆਪਣੇ ਖਾਲਸੇ ਤੇ। ਤੁਹਾਡੇ ਵੱਲ ਇਸ਼ਾਰਾ ਕਰਕੇ ਕਿਹਾ ਸੀ, ਇਹਨ ਪੁੱਤਰ ਨ ਕੇਸੀਸ ਪਰ ਵਾਰ ਦੀਏ ਸਤਿਚਾਰ, 4 ਮੂਹੇ ਤੋਂ ਕਿਹਾ ਪਿਆ ਜੀਵਤ ਲਾਖ ਹਜ਼ਾਰ, ਮੇਰੇ 4 ਕੁਰਬਾਨ ਹੋ ਗਏ ਤੇ ਫਿਰ ਕੀ ਹੋਇਆ? ਆ ਲੱਖਾਂ ਦੀ ਤਾਦਾਦ ਵਿੱਚ ਖਾਲਸਾ ਪੰਥ ਮੇਰਾ ਹੀ ਪੁੱਤ ਹੈ, ਲੱਖਾਂ ਦੇ ਵਿੱਚ ਮੇਰੀਆਂ ਅੰਮ੍ਰਿਤਧਾਰੀ ਧੀਆਂ ਬੱਚੀਆਂ ਮੇਰੀਆਂ ਹੀ ਧੀਆਂ ਨੇ, ਮੇਰਾ ਹੀ ਪਰਿਵਾਰ ਹੈ। ਤੁਹਾਡੇ ਤੇ ਮਾਣ ਕੀਤਾ ਸੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ। ਹੁਣ ਸਾਨੂੰ ਆਪਣੇ ਆਪ ਦੇ ਵਿੱਚ ਖਿਆਲ ਕਰਨਾ, ਕਿਸੇ ਦੂਸਰੇ ਦੇ ਕੱਪੜੇ ਨਾ ਫਰੋਲੇ, ਆਪਣੇ ਆਪ ਦੇ ਵਿੱਚ ਖਿਆਲ ਕਰਨਾ ਵੀ ਵਾਕਿਆ ਹੀ ਅਸੀਂ ਜਿਹੜੇ ਗੁਰੂ ਨੇ ਸਾਡੇ ਤੇ ਇੰਨਾ ਮਾਣ ਕੀਤਾ ਸੀ, ਵਾਕਿਆ ਅਸੀਂ ਉਸ ਮਾਣ ਦੇ ਲਾਇਕ ਬਣੇ ਆ ਕਿ ਨਹੀਂ ਬਣੇ। ਇਹ ਆਪਣੀ ਆਪਣੀ ਵਿਚਾਰ ਕਰਕੇ, ਆਪਣੀ ਆਪਣੀ ਵਿਚਾਰ ਆਪਣੀ ਝੋਲੀ 'ਚ ਪਾ ਕੇ ਆਪ ਜਾਇਓ ਜੀ। ਸਾਰਿਆਂ ਨੂੰ ਲੋੜ ਹੈ, ਸਾਰਿਆਂ ਨੂੰ ਜ਼ਰੂਰਤ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੰਨੇ ਪਰਉਪਕਾਰ ਕਰਕੇ ਸਾਡੇ ਤੇ ਇੰਨਾ ਮਾਣ ਕੀਤਾ, ਅਸੀਂ ਉਸ ਮਾਣ ਨੂੰ ਵੀ ਤੋੜ ਰਹੇ ਹਾਂ। ਅਸੀਂ ਗੁਰੂ ਦੀ ਬਖਸ਼ੀ ਹੋਈ ਸਿੱਖੀ ਨਹੀਂ ਨਿਭਾ ਸਕਦੇ, ਗੁਰੂ ਦੀ ਬਖਸ਼ੀ ਹੋਈ ਰਹਿਤ ਬਹਿਤ ਵਿੱਚ ਹੀ ਆਣ ਕੇ ਪਰਪੱਕ ਨਹੀਂ ਹੋ ਸਕਦੇ। ਕਿੰਨਾ ਕੁ ਮਾਣ ਕਰੇਗਾ ਗੁਰੂ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਨ। ਇਹ ਖੁਸ਼ੀਆਂ ਦੇ ਗੁਰਪੁਰਬ ਨੇ, ਖੁਸ਼ੀਆਂ ਨੂੰ ਅਸੀਂ ਅਫਸੋਸ ਵਿੱਚ ਨਹੀਂ ਬਦਲਣਾ, ਕਿਉਂਕਿ ਗੁਰਮਤ ਦੇ ਦਾਇਰੇ ਵਿੱਚ ਤਾਂ ਜਿਹੜੇ ਗੁਰੂ ਕੇ ਲਾਲ, ਗੁਰੂ ਕੇ ਸਿੰਘ, ਗੁਰੂ ਕੇ ਖਾਲਸੇ ਟੁਕੜਾ ਟੁਕੜਾ ਹੋ ਕੇ ਬੰਦ ਬੰਦ ਕਟਵਾ ਕੇ ਆਰਿਆਂ ਨਾਲ ਚਰਵਾ ਕੇ ਸ਼ਹੀਦ ਵੀ ਹੋ ਗਏ, ਉਹਨਾਂ ਦੇ ਸ਼ਹੀਦੀ ਦਿਹਾੜੇ ਵੀ ਅਸੀਂ ਰੋ ਕੇ ਨਹੀਂ ਮਨਾਉਂਦੇ, ਮਾਣ ਨਾਲ ਪ੍ਰਾਊਡ ਫੀਲ ਕਰਕੇ ਮਨਾਉਣੇ ਨੇ। ਗੁਰੂ ਕਾ ਇਹ ਖਾਲਸੇ ਦਾ ਫਲਸਫਾ ਹੈ। ਗੁਰੂ ਕੇ ਖਾਲਸਾ ਜੀ, ਇਸ ਵਾਸਤੇ ਅਸੀਂ ਵਾਕਿਆ ਹੀ ਗੁਰੂ ਕੀਆਂ ਅਸੀਸਾਂ ਤੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਉਦੋਂ ਹੀ ਕਰ ਸਕਾਂਗੇ ਜਿਸ ਵੇਲੇ ਗੁਰੂ ਕੀ ਬਖਸ਼ੀ ਹੋਈ ਰਹਿਤ ਬਹਿਤ ਵਿੱਚ ਤੁਰ ਕੇ, ਸਤਿਗੁਰੂ ਦੇ ਬਖਸ਼ੇ ਅਸੂਲਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਗੁਰੂ ਦਰਸਾਏ ਮਾਰਗ ਅਨੁਸਾਰ ਸਮਰਪਿਤ ਕਰਾਂਗੇ।